ਹੁਣ ਗੱਲ ਕਰਦੇ ਹਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ। ਕਰੋੜਾਂ ਦੇ ਘੁਟਾਲੇ ਦੇ ਵਿੱਚ ਘਿਰ ਗਏ ਨੇ ਕੈਬਨਿਟ ਮਿਨਿਸਟਰ ਸਾਧੂ ਸਿੰਘ ਧਰਮਸੋਤ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮਾਮਲਾ ਹੈ, ਇਸ ਸਕਾਲਰਸ਼ਿਪ ਦੇ ਵੰਡ ਦਾ ਮਾਮਲਾ ਹੈ ਔਰ ਘੁਟਾਲੇ ਦੇ ਇਲਜ਼ਾਮ ਲੱਗੇ ਨੇ ਕਰੀਬ 64 ਕਰੋੜ ਰੁਪਏ ਦੇ। ਵਿਭਾਗ ਦੇ ACS ਨੇ ਮੁੱਖ ਸਕੱਤਰ ਨੂੰ ਬਕਾਇਦਾ ਇਸ ਬਾਬਤ ਇੱਕ ਰਿਪੋਰਟ ਸੌਂਪੀ ਹੈ ਜਿਸ ਦੇ ਵਿੱਚ 64 ਕਰੋੜ ਰੁਪਏ ਦੀ ਗੜਬੜੀ ਦਾ ਜ਼ਿਕਰ ਕੀਤਾ ਗਿਆ ਹੈ। ਸਕਾਲਰਸ਼ਿਪ ਫੰਡ ਦੀ ਵੰਡ ਦੇ ਵਿੱਚ ਗੜਬੜੀ ਦੇ ਇਲਜ਼ਾਮ ਲੱਗੇ ਨੇ ਔਰ ਇਹ ਵੀ ਕਿਹਾ ਗਿਆ ਕਿ ਹਾਲ ਹੀ ਦੇ ਵਿੱਚ ਸਕਾਲਰਸ਼ਿਪ ਵੰਡਣ ਦੇ ਨਿਯਮ ਬਦਲੇ ਗਏ ਨੇ। ਪਹਿਲਾਂ ਵਿਭਾਗ ਦੇ ਡਾਇਰੈਕਟਰ ਇਹ ਫੰਡ ਜਾਰੀ ਕਰਦੇ ਸੀ ਪਰ ਹੁਣ ਮੰਤਰੀ खुद ਜਾਂ ਫਿਰ ਡਿਪਟੀ ਡਾਇਰੈਕਟਰ ਇਹ ਫੰਡ ਜਾਰੀ ਕਰਦੇ ਨੇ ਔਰ ਜਿਹੜੇ ਡਿਪਟੀ ਡਾਇਰੈਕਟਰ ਨੇ ਉਹ ਮੰਤਰੀ ਦੇ ਕਰੀਬੀ ਦੱਸੇ ਜਾ ਰਹੇ ਨੇ। ਸੋ ਇਸ ਕਰਕੇ ਇਹ ਸਾਰਾ ਜਿਹੜਾ ਵਿਵਾਦ ਹੈ ਇਹ ਗਰਮਾਇਆ ਹੈ ਔਰ ਇਸ ਵਿਵਾਦ ਦੇ ਬਾਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਕੀ ਪ੍ਰਤੀਕਰਮ ਹੈ, ਸਾਧੂ ਸਿੰਘ ਧਰਮਸੋਤ ਨੇ ਕੀ ਸਫਾਈ ਦਿੱਤੀ ਹੈ। ਨਿਊਜ਼ 18 ਪੰਜਾਬ ਦੇ ਨਾਲ ਐਕਸਕਲੂਸਿਵ ਇੰਟਰਵਿਊ ਸਾਧੂ ਸਿੰਘ ਧਰਮਸੋਤ ਨੇ ਕੀਤੀ ਹੈ ਔਰ ਉਸ ਐਕਸਕਲੂਸਿਵ ਗੱਲਬਾਤ ਦੇ ਵਿੱਚ ਕੀ ਸਫਾਈ ਸਾਧੂ ਸਿੰਘ ਧਰਮਸੋਤ ਨੂੰ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਤੇ ਦਿੱਤੀ ਗਈ ਹੈ ਉਹ ਗੱਲਬਾਤ ਤੁਹਾਨੂੰ ਸੁਣਾਉਂਦੇ ਹਾਂ। ਸਾਡੇ ਸਹਿਯੋਗੀ ਨਪਿੰਦਰ ਬਰਾੜ ਨੇ ਸਾਧੂ ਸਿੰਘ ਧਰਮਸੋਤ ਨਾਲ ਐਕਸਕਲੂਸਿਵ ਗੱਲਬਾਤ ਕੀਤੀ। ਪੰਜਾਬ ਦੇ ਇੱਕ ਕੈਬਨਿਟ ਮੰਤਰੀ ਤੇ ਇਲਜ਼ਾਮ ਲੱਗੇ ਨੇ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਦੇ ਵਿੱਚ ਗੜਬੜੀ ਕਰਨ ਦੇ ਇਲਜ਼ਾਮ ਨੇ ਕੁਝ ਅਧਿਕਾਰੀਆਂ ਤੇ ਇਲਜ਼ਾਮ ਇਹ ਵੀ ਨੇ ਕਿ ਮੰਤਰੀ ਸਾਹਿਬ ਦੀ ਛਤਰ ਛਾਇਆ ਹੇਠ ਉਹਨਾਂ ਅਧਿਕਾਰੀਆਂ ਨੇ ਇਹ ਘੁਟਾਲਾ ਕੀਤਾ। ਸਾਡੇ ਨਾਲ ਸਾਧੂ ਸਿੰਘ ਧਰਮਸੋਤ ਜੀ ਨੇ। ਮੰਤਰੀ ਸਾਹਿਬ ਜੀ, ਤੁਹਾਡੇ ਮਹਿਕਮੇ 'ਚ ਜ਼ਿੰਮੇਵਾਰੀ ਤਾਂ ਤੁਹਾਨੂੰ ਇਹ ਦਿੱਤੀ ਗਈ ਹੈ ਕਿ SC ਵਿਦਿਆਰਥੀ ਨੇ ਜਾਂ ਜਿਹੜੇ ਹੋਰ ਲੋਕ ਨੇ ਉਹਨਾਂ ਦੀ ਤੁਸੀਂ ਮਦਦ ਕਰਨੀ ਹੈ। SC ਵਿਦਿਆਰਥੀਆਂ ਨੂੰ ਤੁਸੀਂ ਸਕਾਲਰਸ਼ਿਪ ਦਾ ਪੈਸਾ ਪਹੁੰਚਾਉਣਾ ਸਹੀ ਥਾਂ ਤੇ, ਉਹਦੇ 'ਚ ਗੜਬੜੀ ਹੋ ਗਈ। 64 ਕਰੋੜ ਦਾ ਕਾਲਾ ਮਲਾ ਹੀ ਹੋ ਗਿਆ ਕਹਿੰਦੇ। ਮੇਰੀ ਸੁਣੋ ਗੱਲ, ਇਹ ਪਹਿਲਾਂ ਵੀ ਛਪੀ ਸੀ ਗੱਲ। ਨੰਬਰ 1 50 ਕਰੋੜ ਦੀ ਖਬਰ ਛਪੀ 14/12/12 ਨੂੰ। ਅਸੀਂ ਨਾਲ ਦੀ ਨਾਲ 17/12/19 ਨੂੰ 14/12/19 ਨੂੰ ਖਬਰ ਛਪੀ ਸੀ। 17/12/19 ਨੂੰ ਨਾਲ ਦੀ ਨਾਲ ਇਹਨੂੰ ਮੈਂ ਲਿਖਤਾ ਵੀ ਇਹਦਾ ਪਤਾ ਕਰਕੇ ਦੱਸੋ ਵੀ ਕੀ ਆ। ਕੋਈ ਜਵਾਬ ਨਹੀਂ। ਫਿਰ 21/1/20 ਨੂੰ ਛਪੀ ਖਬਰ। 21/1/20 ਨੂੰ ਅਸੀਂ ਇਹ ਤੋਂ ਪੁੱਛਿਆ ਦੱਸੋ ਭਾਈ ਖਬਰਾਂ ਛਪਦੀਆਂ ਨਾਲ ਗੱਲ ਕੀ ਆ। ਕੋਈ ਜਵਾਬ ਨਹੀਂ ਦਿੱਤਾ, ਲਿਖਤੀ ਕੋਈ ਜਵਾਬ ਨਹੀਂ। ਦੂਸਰਾ ਜਿਹੜਾ ਇਹ ਸਕਾਲਰਸ਼ਿਪ ਦਾ ਕੰਮ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ FD ਹੈ। FD ਨੇ ਆਡਿਟ ਕੀਤਾ, ਉਸ ਤੋਂ ਬਾਅਦ ਡਾਇਰੈਕਟੋਰੇਟ ਨੇ ਵੰਡਣਾ ਹੁੰਦਾ। ਡਾਇਰੈਕਟੋਰੇਟ ਵੰਡ ਕੇ ਔਰ ਕਾਪੀ ਭੇਜੇਗਾ ACS ਨੂੰ ਜਿਹੜਾ ਮੌਕੇ ਦਾ ਐਡੀਸ਼ਨਲ ਚੀਫ ਸੈਕਟਰੀ ਆ, ਭਾਵੇਂ ਸੈਕਟਰੀ ਆ। ਉਹਨੇ ਸਾਈਨ ਕਰਨੇ ਹੁੰਦੇ ਆ। ਮੇਰਾ ਕੋਈ ਇਹਦੇ ਨਾਲ ਲਾਗਾ ਦੇਗਾ ਨਹੀਂ। ਮੈਂ ਕਦੇ ਫਾਈਲ ਨਹੀਂ ਮੰਗਾਉਂਦਾ। ਮੇਰੇ ਖਿਆਲ 99% ਫਾਈਲਾਂ ਆਪਣੇ ਆਪ ਸੈਕਟਰੀਆਂ ਨੇ ਕੱਢੀਆਂ ਨੇ। ਸ਼ੌਂਕਾਰੀਆ ਜੀ ਸੀਗੇ, ਉਦੋਂ ਬਾਅਦ ਵੈਕਟਰ ਰਮਨ ਸੀਗੇ। ਇਹ ਜਿਸ ਦਿਨ ਦੇ ਆਏ ਨੇ ਉਦੋਂ ਦਾ 309 ਕਰੋੜ ਰੁਪਇਆ ਆਇਆ ਪਿਆ। ਇਹਨਾਂ ਨੇ ਇੱਕ ਪੈਸਾ ਨਹੀਂ ਵੰਡਿਆ। ਤੁਸੀਂ ਕਿਹਨੂੰ ਤਾਂ ਇਹ ਪੜਤਾਲ ਲਈ ਲਿਖਦੇ ਸੀ ਔਰ ਕਿਹਨੇ ਪੈਸਾ ਨਹੀਂ ਵੰਡਿਆ, ਕਿਹਦੇ ਕੋਲੇ ਪੈਸੇ ਪਏ, ਤੁਸੀਂ ਕਿਹਦੀ ਜ਼ਿੰਮੇਵਾਰੀ ਸਮਝਦੇ ਹੋ? ਇਹਨੂੰ ਸੈਕਟਰੀ, ਜਿਹੜਾ ਸੈਕਟਰੀ ਆ ਨਾ ਮਹਿਕਮੇ ਦਾ, ਉਹਦੀ ਜ਼ਿੰਮੇਵਾਰੀ ਬਣਦੀ ਹੈ। ਉਹਨੇ ਅੱਗੇ ਦੇਖਣਾ, ਉਹਨੇ ਕੋਈ ਜਵਾਬ ਉਹਨੇ ਜਵਾਬ ਦੇਣਾ। ਇਹਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਆਡਿਟ ਮੈਂ ਪਹਿਲਾਂ ਵੀ ਦੱਸਿਆ FD ਨੇ ਕੀਤਾ। ਜੋ ਕੋਈ ਗਲਤੀ ਆ ਜਾਂ ਹੋਰ ਹੈ FD ਜੋ ਕਰੇਗਾ ਆਡਿਟ ਕਰਕੇ ਉਹਦੇ ਪੈਸੇ ਦੇਣੇ। ਦੂਸਰਾ ਡਾਇਰੈਕਟੋਰੇਟ ਨੇ, ਡਿਪਟੀ ਡਾਇਰੈਕਟਰ ਨੇ, ਉਹਨਾਂ ਨੇ ਛਾਂਟੀ ਕਰਨੀ ਆ ਕਿਹਦੇ ਕਿੰਨੇ ਪੈਸੇ ਬਣਦੇ ਨੇ। ਉਦੋਂ ਬਾਅਦ ਸੈਕਟਰੀ ਕੋਲ ਫਾਈਲ ਜਾਂਦੀ ਆ, ਸੈਕਟਰੀ ਉਹ 'ਤੇ ਸਾਈਨ ਕਰਦਾ, ਫਿਰ ਰਿਲੀਜ਼ ਹੁੰਦੇ ਨੇ ਪੈਸੇ। ਮੰਤਰੀ ਸਾਹਿਬ ਜਿਹੜੀ ਰਿਪੋਰਟ ਬਣਾਈ ਗਈ ਹੈ ਐਡੀਸ਼ਨਲ ਚੀਫ ਸੈਕਟਰੀ ਦੇ ਵੱਲੋਂ, ਉਹਨਾਂ ਨੇ ਸਪਸ਼ਟ ਲਿਖਿਆ ਕਿ ਤੁਸੀਂ ਤਾਂ ਪੂਰਾ ਸਿਸਟਮ ਹੀ ਬਦਲ ਕੇ ਰੱਖਤਾ। ਕਹਿੰਦੇ ਪਹਿਲਾਂ ਜਿਹੜੀਆਂ ਫਾਈਲਾਂ ਕਲੀਅਰੈਂਸ ਵਾਸਤੇ ਜਾਂਦੀਆਂ ਸੀ ਡਾਇਰੈਕਟੋਰੇਟ ਕਰਦਾ ਸੀ, ਪਰ ਤੁਸੀਂ ਕਹਿੰਦੇ ਕਿ ਸਿਸਟਮ ਬਦਲ ਦਿੱਤਾ। ਤੁਹਾਡੇ ਡਿਪਟੀ ਡਾਇਰੈਕਟਰ ਜਿਹੜੇ ਫਾਈਲਾਂ ਕਲੀਅਰ ਕਰਦਾ ਉਹ ਔਰ ਸਿੱਧੇ ਸਾਈਨ ਤੁਹਾਡੇ ਹੁੰਦੇ ਆ, ਸਿੱਧੀਆਂ ਫਾਈਲਾਂ ਤੁਹਾਡੇ ਕੋਲੇ ਆਉਣ ਲੱਗ ਗਈਆਂ। ਕਹਿੰਦੇ ਪੂਰਾ ਸਿਸਟਮ ਹੀ ਬਦਲਤਾ। ਇੱਕ ਫਾਈਲ ਵੀ ਜੋ ਕਹਿੰਦੇ ਨਾ ਮੇਰੇ ਸਾਈਨ ਹੋਣ ਸਿੱਧੇ ਬੁਲਾ ਕੇ ਤਾਂ ਜੋ ਸਜ਼ਾ ਮਿਲੇਗੀ ਮੈਂ ਦੇਖੂਗਾ। ਇੱਕ ਫਾਈਲ ਸਾਬਤ ਕਰ ਦੇਣ। ਮੈਂ ਤਾਂ ਯਾਰ ਸੈਕਟਰੀ ਨੂੰ ਨਹੀਂ ਕਹਿੰਦਾ ਚਲੋ ਵੰਡ ਦਿਓ ਯਾਰ, ਲੋਕਾਂ ਦੇ ਪੈਸੇ ਦੇਣੇ ਸਾਰੇ ਲੋਕਾਂ ਨੂੰ ਜਵਾਬ ਦੇ ਆ। ਜਿੰਨਾ ਪੈਸਾ ਆਇਆ ਉਹਨੂੰ ਵੰਡ ਦਿਓ। ਮੈਂ ਫਾਈਲ ਮੰਗਾ ਕੇ ਕੀ ਕਰਨੀ ਹੈ? ਕਹਿੰਦੇ ਤੁਹਾਡੇ ਚਹੇਤੇ ਨੇ, ਤੁਹਾਡੇ ਖਾਸਮ ਖਾਸ ਅਫਸਰ ਰਹੇ ਨੇ ਅਧਿਕਾਰੀ। ਪਹਿਲਾਂ ਜਦੋਂ ਤੁਸੀਂ ਜਿਹੜੇ ਪਹਿਲੇ ਗਿੱਲ ਰਿਟਾਇਰ ਹੋਏ ਤਾਂ ਉਸ ਤੋਂ ਬਾਅਦ ਤੁਸੀਂ ਪਰਮਿੰਦਰ ਗਿੱਲ ਹੋਰਾਂ ਨੂੰ ਜਿਹੜਾ ਹੈਗਾ 3/5/2019 ਨੂੰ ਤੁਸੀਂ ਜਦੋਂ ਉਹਨਾਂ ਨੂੰ ਇਹ ਸਕੀਮ ਉਹਨਾਂ ਦੇ ਹਵਾਲੇ ਕੀਤੀ ਤਾਂ ਉਸ ਤੋਂ ਬਾਅਦ ਸਿਸਟਮ ਪੂਰਾ ਚੇਂਜ ਹੋ ਗਿਆ। ਅਚਾਨਕ ਕੀ ਜ਼ਰੂਰਤ ਪੈ ਗਈ ਕਿ ਇਹ ਡਾਇਰੈਕਟੋਰੇਟ ਤੋਂ ਜਿਹੜੀਆਂ ਫਾਈਲਾਂ ਸਿੱਧੀਆਂ ਆਪਦੇ ਕੋਲੇ ਮੰਗਾਉਣ ਲੱਗ ਗਏ? ਬਿਲਕੁਲ ਮੈਂ ਨਹੀਂ ਕੋਈ ਮੰਗਾਈ ਫਾਈਲ।
ਜਦੋਂ ਜਸਵਿੰਦਰ ਗਿੱਲ ਰਿਟਾਇਰ ਹੋ ਗਿਆ, ਇਹ ਤਾਂ ਆਪਣੇ ਆਪ ਸੀ। ਆ ਜਿਹੜਾ ਮੁੰਡਾ ਕੀ ਆ ਗਿੱਲੇ ਦਾ ਨਾਮ, ਪਰਮਿੰਦਰ ਗਿੱਲ, ਉਹ ਵੀ ਡਿਪਟੀ ਡਾਇਰੈਕਟਰ ਸੀ, ਇਹ ਵੀ ਰਿਟਾਇਰ ਹੋ ਗਿਆ, ਇਹ ਸੀਟ ਤੇ ਆ ਗਿਆ। ਔਰ ਤਕਰੀਬਨ 90% ਤਾਂ ਕੰਮ ਜਸਵਿੰਦਰ ਗਿੱਲ ਦੇ ਗਿਆ। ਉਸ ਤੋਂ ਬਾਅਦ ਇਹ ਲੱਗਿਆ ਕੋਈ ਲੱਗੇ ਮੈਂ ਕੀ ਲੈਣਾ, ਮੇਰਾ ਰਿਸ਼ਤੇਦਾਰ ਥੋੜੀ ਹੈ। ਜਿਹੜਾ ਕੋਈ ਕਰੇਗਾ ਭਰੇਗਾ। ਹੁਣ ਵੀ ਮੈਂ ਕਹਿੰਦਾ ਡਾਂਕੇ ਦੀ ਚੋਟ ਤੇ ਜਿਹੜਾ ਕੋਈ ਕਰੇਗਾ ਭਰੇਗਾ। ਅਗਰ ਜੇ ਕਰਿਆ ਤਾਂ ਫਾਹੇ ਲੱਗਦਾ ਤਾਂ ਲੱਗੇ। ਦੂਸਰੀ ਗੱਲ, ਜਸਵਿੰਦਰ ਗਿੱਲ ਜਾਂਦਾ ਜਾਂਦਾ ਲਿਖ ਕੇ ਗਿਆ ਵੀ ਇਹ ਪ੍ਰੀ ਆਡਿਟ ਕਰਾ ਲਓ। ਉਹਨੂੰ ਲਿਖਿਆ, ਉਹਨਾਂ ਨੇ ਪ੍ਰੀ ਆਡਿਟ ਵੀ ਕੀਤਾ ਹੈ। ਉਹਦਾ ਹਿਸਾਬ ਹੋਣਾ ਹੈ, ਉਹ ਜਵਾਬ ਉਹਨੇ ਦੇਣਾ ਜਿਹੜਾ ਜ਼ਿੰਮੇਵਾਰ ਜਿਹਨੇ ਕੋਈ ਜਿੰਨੀ ਡਿਊਟੀ ਨਿਭਾਈ ਆ ਉਹ ਦੇਗਾ। ਸੈਕਟਰੀ ਦੇਗਾ, ਸ਼ੰਕਾਰੀਆ ਜੀ ਦੇਣ, ਉਹਦਾ ਜਵਾਬ ਡਿਪਟੀ ਡਾਇਰੈਕਟਰ ਦੇ। ਮੇਰਾ ਕੰਮ ਤਾਂ ਇਹ ਆ, ਮੈਂ ਲੋਕਾਂ ਦੀ ਆਵਾਜ਼ ਆ, ਜਿਹੜੇ ਲੋਕ ਰੋਜ਼ ਧਰਨੇ ਲੱਗਦੇ ਸੀ ਵੀ ਇਹਨਾਂ ਦੇ ਪੈਸੇ ਜਿੰਨੇ ਸਕਾਲਰਸ਼ਿਪ ਦੇ ਆਏ ਆ ਇਹਨਾਂ ਨੂੰ ਵੰਡ ਦਿਓ, ਦੇ ਦਿਓ, ਪਰ ਦਿਓ ਸਹੀ, ਕਿਸੇ ਨਾਲ ਪੱਖਪਾਤ ਨਾ ਕਰਿਓ। ਪਰ ਤੁਹਾਡੇ ਐਡੀਸ਼ਨਲ ਚੀਫ ਸੈਕਟਰੀ ਹੋਰਾਂ ਨੇ ਜੇ ਰਿਪੋਰਟ ਤਿਆਰ ਕੀਤੀ ਤਾਂ ਫਿਰ ਉਹਨਾਂ ਨੇ ਰਿਪੋਰਟ ਜਿਹੜੀ ਤਿਆਰ ਕੀਤੀ, ਤੁਸੀਂ ਉਸ ਰਿਪੋਰਟ ਨੂੰ ਮੰਨਦੇ ਹੋ? ਉਹਨਾਂ ਨੇ ਜਾਂਚ ਸਹੀ ਨਹੀਂ ਕੀਤੀ ਜਾਂ ਫਿਰ ਗੜਬੜ ਕਿੱਥੇ ਹੈ? ਮੇਰਾ ਨਾਮ ਕਿਉਂ ਲੈਂਦਾ ਤੁਸੀਂ ਇਹ ਕਹੋ? ਮੇਰਾ ਨਾਮ ਮੇਰੇ ਕੀ ਲੱਗਦੇ ਨੇ? ਮੇਰਾ ਤਾਂ ਆਪਣਾ ਉਹ ਵੀ ਹੈ ਜਿਹੜਾ ਲਾਤਾ ਸਰਕਾਰ ਨੇ, ਸਾਰੇ ਆਪਣੇ ਮੇਰੇ ਮਹਿਕਮੇ ਦੇ ਨੇ। ਦੂਸਰੀ ਗੱਲ, ਮੈਂ ਹੁਣ ਤੁਹਾਨੂੰ ਖੁੱਲ੍ਹ ਕੇ ਦੱਸਣਾ ਚਾਹੁੰਦਾ, ਇਹ ਜਿਸ ਦਿਨ ਦਾ ਬੰਦਾ ਆਇਆ, ਇਹ ਅਕਾਲੀ ਦਲ ਦੇ ਟਾਈਮ ਵੀ ਸੀ ਇਸੇ ਮਹਿਕਮੇ ਦਾ। ਇਹਦਾ ਬੰਦਾ ਇੱਕ ਸਰਬਜਿੰਦਰ ਸਿੰਘ ਰੰਧਾਵਾ, ਜਿਹਦੇ ਤੇ ਐਲੀਗੇਸ਼ਨ ਅਕਾਲੀ ਦਲ ਦੇ ਵੇਲੇ ਸਰਕਾਰ ਦੇ ਲੱਗੇ ਸੀ। ਡਿਪਟੀ ਡਾਇਰੈਕਟਰ ਸੀ ਇਹ। 30,50,000 ਰੁਪਏ ਦੀ ਇਹਦੀ ਰਿਕਵਰੀ ਪਈ ਸੀ ਔਰ ਸਾਬਤ ਹੋ ਗਿਆ ਸੀ ਇਹਨੇ ਕਰਪਸ਼ਨ ਕੀਤੀ ਆ, ਰਿਕਵਰੀ ਪਾਤੀ। ਉਸ ਤੋਂ ਬਾਅਦ ਸਾਡੇ ਮਾਨਯੋਗ ACS ਸੀਗੇ ਵੈਂਕਟਰਮਨ ਜੀ ਆਏ। ਉਹਨਾਂ ਨੇ ਇਹਦੇ ਜਦੋਂ ਪੜ੍ਹ ਕੇ ਦੇਖਿਆ ਵੀ ਇਹ ਵਾਕਈ ਹੀ ਗੁਨਾਹਗਾਰ ਬੰਦਾ ਹੈ, ਉਹਨਾਂ ਨੇ ਡਿਸਮਿਸ ਦੇ ਆਰਡਰ ਕਰਕੇ ਮੇਰੇ ਕੋਲ ਭੇਜ ਦਿੱਤੇ। ਮੈਂ ਪੜ੍ਹਿਆ, ਜੋ ਸੈਕਟਰੀ ਨੇ ਕਿਹਾ, ਜੋ ਵੈਂਕਟਰ ਨੇ ਕਿਹਾ, ਮੈਂ ਉਹ 'ਤੇ ਸਾਈਨ ਕੀਤੇ। ਓਕੇ, ਜੇ ਗੁਨਾਹਗਾਰ ਬੰਦਾ ਤਾਂ ਤੰਗੋ। ਹਾਲਾਂਕਿ ਮੇਰੇ ਕੋਲ ਸਿਫਾਰਸ਼ਾਂ ਬੜੀਆਂ ਆਈਆਂ। ਮੈਂ ਕਿਹਾ ਵੀ ਮੈਂ ਸੈਕਟਰੀ ਨੂੰ ਕੱਟ ਨਹੀਂ ਸਕਦਾ, ਸੈਕਟਰੀ ਦੇ ਆਰਡਰ ਨੂੰ ਕੱਟ ਕੇ ਮੈਂ ਨਹੀਂ ਲਿਖਣਾ। ਉਸ ਤੋਂ ਬਾਅਦ ਉਹ ਚਲੇ ਗਏ। ਫੇਰ ਆ ਗਏ ਸ਼ੰਕਾਰੀਆ ਜੀ, ਉਹਨਾਂ ਨੇ ਵੀ ਉਹੀ ਰਿਪੋਰਟ ਪੜ੍ਹ ਕੇ ਉਹਨਾਂ ਨੇ ਫੇਰ ਵੀ ਰੰਧਾਵਾ ਇਹ ਗਿਲਟੀ ਹੈ, ਇਹਦੀ ਰਿਕਵਰੀ ਪਈ ਹੋਈ ਹੈ, ਇਹਨੂੰ ਜੋ ਵੈਂਕਟ ਜੀ ਕਰਕੇ ਗਏ ਮੈਂ ਇਹਨੂੰ ਸਹੀ ਦੱਸਦਾ, ਇਹਨੂੰ ਡਿਸਮਿਸ ਕੀਤਾ ਜਾਏ। ਮੈਂ ਫਿਰ ਡਿਸਮਿਸ ਲਿਖਤਾ। ਫਿਰ ਖੈਰ ਇਹ CM ਸਾਹਿਬ ਦੇ ਗਏ, ਕਿਤੇ ਗਏ, ਮੈਂ ਵੀ ਇਹਦੀ ਸਜ਼ਾ ਘੱਟ ਕੀਤੀ ਜਾਵੇ, ਬੜੀਆਂ ਸਿਫਾਰਸ਼ਾਂ ਆਈਆਂ। ਮੈਂ ਫਿਰ ਵੀ ਰਹਿਮ ਕਰਕੇ ਕਈ ਸਿਫਾਰਸ਼ਾਂ ਤੋਂ ਬਾਅਦ ਮੈਨੂੰ ਸਟੈਪ ਡਾਊਨ ਕੀਤਾ, ਡਿਸਮਿਸ ਰਹਿਣ ਦਿਓ, ਤੁਸੀਂ ਸਟੈਪ ਡਾਊਨ ਕਰ ਦਿਓ। ਉਹਦੇ ਅੰਦਰ ਅਜੇ ਫੈਸਲਾ ਤਾਂ ਹੋਇਆ ਨਹੀਂ, ਬਹਾਲ ਤਾਂ ਹੋਇਆ ਨਹੀਂ। ਆਉਂਦੇ ਸਾਰੇ ਨੇ ਉਸੇ ਪੁਰਾਣੇ ਆੜੀ ਨੂੰ ਆਪਣਾ ਡਿਪਟੀ ਡਾਇਰੈਕਟਰ ਲਾਤਾ। ਸ਼ਿਕਾਇਤ ਮੈਂ ਕਿਹਾ ਮੈਂ ਵਿਰੋਧ ਕੀਤਾ ਬਈ, ਇਹ ਤਾਂ ਹੁਣੇ ਤਾਂ ਇਹਨੂੰ ਡਿਸਮਿਸ ਦੇ ਆਰਡਰ ਨੇ, ਅਜੇ ਇਹ ਬਹਾਲ ਹੋਇਆ ਨਹੀਂ, ਕਿਉਂ ਲਾਇਆ? ਮੈਂ ਹਟਾਇਆ। ਇਹ ਉਹਨੂੰ ਚੁੱਭਦੀ ਹੈ ਕਿਉਂਕਿ ਆਪਣਾ ਹੱਥ ਠੋਕੂ ਰੱਖਣਾ ਸੀ। ਫਿਰ ਇੱਕ ਸਨੀ ਬਜਾਜ, ਉਹ ਤੇ ਤਹਿਸੀਲ ਭਲਾਈ ਅਫਸਰ ਇਹਦੇ 'ਚ ਸਕਾਲਰਸ਼ਿਪ 'ਚ ਮੁਅੱਤਲ ਸੀ ਔਰ ਅੰਡਰ ਇਨਕੁਆਇਰੀ ਉਹ ਬਹਾਲ ਹੋਇਆ, ਪੈਂਡਿੰਗ ਇਨਕੁਆਇਰੀ। ਆਉਂਦੇ ਸਾਰ ਉਹਨੇ ਸਕਾਲਰਸ਼ਿਪ ਦੀ ਸੀਟ ਤੇ ਫਿਰ ਬਿਠਾਤਾ। ਮੈਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਬੰਦੇ ਪਹਿਲਾਂ ਹੇਰਾਫੇਰੀ ਕਰ ਚੁੱਕੇ ਨੇ, ਜਿਹਨਾਂ ਦਾ ਦਾਗ ਲੱਗਿਆ, ਮੈਂ ਨਹੀਂ ਲੱਗਣ ਦਾ, ਕੋਈ ਹੋਰ ਬੰਦਾ ਲਾ ਲਓ। ਫਿਰ 1,70,00,000 ਰੁਪਈਆ ਸਰਬ ਹਿੰਦ ਹਿਤਕਾਰੀ ਵਿਦਿਆ ਮੰਦਰ ਟਰਸਟ NGO ਹੈ ਚੰਡੀਗੜ੍ਹ ਦੀ, 1,70,00,000 ਰੁਪਈਆ ਉਹਨਾਂ ਨੂੰ ਗ੍ਰਾਂਟ ਪਾਤੀ। ਮੈਂ ਇਹਨੂੰ ਲਿਖਿਆ ਵੀ ਇਹਨਾਂ ਦੀ ਅਜੇ ਉਸੇ ਟਾਈਮ, ਇਹਦੇ ਟਾਈਮ ਦੀ, ਉਦੋਂ ਵੀ ਇਹ ਉਹੀ ਸੈਕਟਰੀ ਸੀਗੇ, ਉਦੋਂ ਕਪੜਾ ਹੋਇਆ ਸੀਗਾ। ਉਹਨਾਂ ਬੰਦਿਆਂ ਦੀ ਅਜੇ ਇਨਕੁਆਇਰੀ ਚੱਲਦੀ ਆ, ਉਹਨੂੰ 1,70,00,000 ਦਿੱਤਾ। ਮੈਂ ਉਹਦਾ ਵਿਰੋਧ ਕੀਤਾ, ਮੰਨਿਆ ਨਹੀਂ, ਇਹਨੇ ਰਿਲੀਜ਼ ਕਰ ਦਿੱਤੇ। ਮੈਂ ਮਾਨਯੋਗ ਚੀਫ ਸੈਕਟਰੀ ਸਾਹਿਬ ਨੂੰ, ਮਾਨਯੋਗ ਮੁੱਖ ਮੰਤਰੀ ਜੀ ਨੂੰ ਕਾਪੀ ਲਿਖਿਆ ਵੀ ਇਹ ਗਲਤ ਕੰਮ ਹੋ ਰਿਹਾ, ਇੱਦਾਂ ਨਹੀਂ ਚੱਲੇਗਾ। ਔਰ ਮਾਨਯੋਗ ਮੁੱਖ ਮੰਤਰੀ ਜੀ ਨੇ, ਚੀਫ ਸੈਕਟਰੀ ਨੇ ਤੁਰੰਤ ਉਹ ਪੈਸੇ ਕੈਂਸਲ ਕਰਾਏ।
ਇਹ ਮੇਰੀ ਲੜਾਈ ਆ। ਜੇ ਤਾਂ ਭਾਈ ਮੈਂ ਦੁਕਾਨ ਖਲਵਾ ਦਾਂ ਫਿਰ ਤਾਂ ਠੀਕ ਹੈ, ਜੇ ਮੈਂ ਦੁਕਾਨ ਨਹੀਂ ਖਲਵਾਉਂਦਾ ਤਾਂ ਮੈਂ ਦੁਸ਼ਮਣ। ਤੁਹਾਡਾ ਮਤਲਬ ਹੈ ਕਿ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਕਿਰਪਾ ਸ਼ੰਕਰ ਸਰੋਜ ਨੇ, ਹਾਂ, ਉਹ ਸਿੱਧੇ ਤੌਰ ਤੇ ਉਹਨਾਂ ਦੀ ਤੁਹਾਡੇ ਨਾਲ ਅਣਫਸ ਹੈ। ਹਾਂ, ਮੇਰੇ ਨਾਲ ਹਾਂ, ਮੈਂ ਕੱਲਾ ਪੁਆਇੰਟ ਦੱਸਿਆ। ਮੈਂ 1 ਕਰੋੜ 70 ਲੱਖ ਬੇਈਮਾਨਾਂ ਨੂੰ ਦੇ ਦੇਵਾਂ, ਠੀਕ ਹੈ। ਮੈਂ ਰੰਧਾਵੇ ਨੂੰ ਲਾ ਦਿਆਂ ਡਿਸਮਿਸ ਤੇ ਜਿਹਦੇ ਆਰਡਰ ਹੋਏ ਹੁਣ, ਤੇ ਉਹਨੂੰ ਮੈਂ ਖਜ਼ਾਨੇ ਤੇ ਬਿਠਾ ਰਿਹਾ ਤੇ ਫਿਰ ਠੀਕ ਹੈ। ਤੇ ਮੈਂ ਉਹਨੂੰ ਮੁੰਡੇ ਨੂੰ ਲਾ ਦਿਆਂ ਜਿਹੜਾ ਬਹਾਲ ਹੋਇਆ ਸੀ, ਕੀ ਨਾਮ ਉਹਦਾ, ਸੰਨੀ ਬਜਾਜ, ਭਲਾਈ ਅਫਸਰ ਸੀ, ਉਹ ਤੇ ਇਲਜ਼ਾਮ ਲੱਗੇ, ਪੈਂਡਿੰਗ ਇਨਕੁਆਇਰੀ ਬਾਅਦ ਹੈ, ਉਹਨੂੰ ਚੱਕ ਕੇ ਫੇਰ ਉੱਥੇ ਖੀਰ ਤੇ ਬਿਠਾ ਦਾਂ ਮੈਂ। ਇਹ ਮੇਰਾ ਕਸੂਰ ਹੈ। ਪਰ ਮੰਤਰੀ ਸਾਹਿਬ, ਕਿਉਂ ਜਿਹੜੇ ਬੰਦੇ ਤੁਸੀਂ ਨਾਮ ਲੈਣੇ, ਤੁਸੀਂ ਕਹਿੰਦੇ ਸਿਰੇ ਦੇ ਕਰਪਟ ਨੇ, ਤੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਚਹੇਤੇ ਨੇ, ਉਹਨਾਂ ਦੇ ਚਹੇਤੇ ਫਿਰ ਕਿਵੇਂ ਹੋ ਗਏ? ਉਹ ਤਾਂ ਸਗੋਂ ਦੀ ਘਟਾਲੇ ਦੇ ਖਿਲਾਫ ਜਾਂਚ ਕਰ ਰਹੇ ਨੇ। ਨਹੀਂ ਕਰ ਰਹੇ ਨੇ, ਪਹਿਲਾਂ ਉਹਦਾ ਜਵਾਬ ਦੇਵੇ ਕਿਉਂ ਲਾਏ ਨੇ। ਜਦੋਂ ਮੈਂ ਕਿਹਾ ਨਹੀਂ ਲੱਗਣੇ, ਕਿਉਂ ਲਾਏ? ਮੈਂ ਹਟਾਏ, ਇਹ ਲਾਉਂਦਾ। ਪੁਰਾਣੇ ਆੜੀ ਅਕਾਲੀ ਦਲ ਦੇ ਟਾਈਮ ਦੇ ਇਹਦੇ ਯਾਰ ਨੇ ਇਕੱਠੇ, ਪਤਾ ਨਹੀਂ ਕੀ ਕਰਦੇ ਨੇ, ਕੀ ਇਹਨਾਂ ਦੀ ਰਿਸ਼ਤੇਦਾਰੀ ਹੈ, ਕੀ ਇਹਨਾਂ ਦਾ ਮਤਲਬ ਹੈ। ਜਦੋਂ ਬੰਦਾ ਡਿਸਮਿਸ ਦੇ ਆਰਡਰ ਨੇ, ਉਹਨੀ ਸਟੈਪ ਡਾਊਨ ਹੈ, ਤੇ ਉਹਨੂੰ ਤੁਸੀਂ ਲਾ ਰਹੇ ਹੋ, ਕੀ ਮਤਲਬ ਹੈ? ਹੋਰ ਨਹੀਂ ਕੋਈ ਹੈ। ਮੈਂ ਵਿਰੋਧ ਕੀਤਾ, ਇਹ ਕਾਰਨ ਆ ਬਸ। ਅਖੀਰ ਦੇ ਵਿੱਚ ਇੱਕ ਚੀਜ਼ ਕਲੀਅਰ ਕਰਿਆ, ਜੇ ਤੁਹਾਡੇ ਖਿਆਲ ਦੇ ਮੁਤਾਬਕ ਕੋਈ ਘਟਾਲਾ ਨਹੀਂ ਹੋਇਆ? ਨਹੀਂ, ਘੁਟਾਲਾ ਤਾਂ ਜਿਹੜਾ ਕਰੇਗਾ, ਮੇਰਾ ਇਹ ਕੰਮ ਨਹੀਂ ਹੈਗਾ। ਨਾ ਮੈਂ ਕੋਈ ਫਾਈਲਾਂ ਦੇਖਦਾ ਕਿ ਕਿਸ ਨੇ, ਇੰਨੀਆਂ ਲੱਖਾਂ ਬੰਦੇ ਨੇ, ਕਿੰਨੇ ਸਕੂਲਾਂ ਨੂੰ ਨੇ, ਉਹ ਡਾਇਰੈਕਟੋਰੇਟ ਨੇ ਦੇਖਣਾ। ਡਾਇਰੈਕਟੋਰੇਟ ਸਹੀ ਕੰਮ ਕਰੇਗਾ ਤਾਂ ਉਹ ਸੋਨਾ ਹੈ, ਗਲਤ ਕਰੇਗਾ ਜੋ ਕਰੇਗਾ ਸੋ ਭਰੇਗਾ। ਕਬੀਰਾ ਤੇਰੀ ਚੌਂਪੜੀ, ਗਲ ਕੱਟੀਆਂ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਰਹੇ ਅਦਾਸ। ਮੈਨੂੰ ਕੋਈ ਫਿਕਰ ਨਹੀਂ ਹੈ। ਅਕਾਲੀ ਦਲ ਕਹਿੰਦਾ ਜੀ, ਪਵਨ ਕੁਮਾਰ ਟੀਨੂ ਅੱਜ ਕਹਿ ਰਹੇ ਨੇ, ਉਹ ਕਹਿੰਦੇ ਜੀ ਮੈਂ ਪਿਛਲੇ ਵਿਧਾਨ ਸਭਾ ਸੈਸ਼ਨ 'ਚ ਵੀ ਰੌਲਾ ਪਾਇਆ ਸੀਗਾ ਵੀ ਪੈਸੇ 'ਚ ਗੜਬੜੀ ਹੋ ਰਹੀ ਹੈ, ਜਿੱਥੇ ਦੇਣੇ ਨਹੀਂ ਦਿੱਤੇ ਜਾ ਰਹੇ। ਮੈਂ ਅੱਜ ਵੀ ਕਹਿੰਦਾ, ਮੇਰਾ ਕੋਈ ਲੈਣ ਦੇਣ ਨਹੀਂ। ਜਿਹਨੇ ਕੋਈ ਗਲਤ ਵੰਡਿਆ ਹੋ, ਉਹ ਆਪੇ ਠੋਕਿਆ ਜਾਏਗਾ। ਮਾਨਯੋਗ ਮੁੱਖ ਮੰਤਰੀ ਜੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆਪੇ ਕਰ ਦੇਣਗੇ। ਹੁਣ ਜਿਹੜੀ ਰਿਪੋਰਟ ਚਲੀ ਗਈ ਹੈ ਚੀਫ ਸੈਕਟਰੀ ਕੋਲੇ, ਇਹਦੇ 'ਚ ਹੁਣ ਤੁਸੀਂ ਅੱਗੇ ਕੀ ਕਰੋਗੇ? ਸਫਾਈ ਦਿਓਗੇ ਜਾਂ ਮੁੱਖ ਮੰਤਰੀ ਨੂੰ ਮਿਲੋਗੇ ਜਾਂ ਚੀਫ ਸੈਕਟਰੀ ਨਾਲ ਗੱਲ ਕਰੋਗੇ? ਮੇਰੀ ਗੱਲ ਸੁਣੋ, ਮੈਂ ਕਿਸੇ ਨੂੰ ਨਹੀਂ ਮਿਲਣਾ। ਮਾਨਯੋਗ ਮੁੱਖ ਮੰਤਰੀ ਆਪ ਜਾਣਦੇ ਨੇ, ਆਪ ਰਿਪੋਰਟ ਦੇਖਣਗੇ, ਮੈਨੂੰ ਬੁਲਾਉਣਗੇ, ਮੈਂ ਜਾਊਂਗਾ। ਜਿਹੜਾ ਆਪਾਂ ਬੋਲ ਰਹੇ ਹਾਂ ਚਲੇ ਜਾਣਾ ਸੀਐਮ ਸਾਹਿਬ ਕੋਲ, ਤੇ ਮੈਂ ਸੀਐਮ ਸਾਹਿਬ ਤੇ ਬਿਲੀਵ ਕਰਦਾ। ਪੰਜਾਬ ਦੇ ਰਾਖੇ ਨੇ ਉਹ। ਅਗਰ ਮੈਂ ਗਲਤ ਹਾਂ ਤਾਂ ਮੇਰੇ ਖਿਲਾਫ ਹੋ ਜਾਏਗੀ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਉਹ ਕਰਨਗੇ। ਤਾਂ ਸਾਧੂ ਸਿੰਘ ਧਰਮਸੋਤ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਤੇ ਸਫਾਈ ਦੇ ਰਹੇ ਨੇ। ਕਹਿੰਦੇ ਨੇ ਕਿ ਇਹ ਸਿੱਧੇ ਤੌਰ ਤੇ ਇੱਕ ਨਿੱਜੀ ਅੜਫਸ ਹੈ। ਜਿਹੜੇ ਅਫਸਰ ਨੇ ਇਹ ਰਿਪੋਰਟ ਤਿਆਰ ਕੀਤੀ ਹੈ, ਕਹਿੰਦੇ ਨੇ ਕਿ ਉਹਨਾਂ ਦੇ ਕੁਝ ਖਾਸ ਅਫਸਰਾਂ ਦੀ ਮੈਂ ਪੋਸਟਿੰਗ ਨਹੀਂ ਹੋਣ ਦਿੱਤੀ ਜਿੱਥੇ ਉਹ ਚਾਹੁੰਦੇ ਸੀ, ਉਹਦੇ ਵਿੱਚ ਇਹਨਾਂ ਨੇ ਰੁਕਾਵਟ ਪੈਦਾ ਕੀਤੀ। ਔਰ ਅਜਿਹੇ ਕਾਰਨਾਂ 'ਚ ਉਸ ਅਫਸਰ ਦੇ ਨਾਲ ਮੰਤਰੀ ਸਾਹਿਬ ਕਹਿੰਦੇ ਨੇ ਕਿ ਮੇਰੀ ਹੁਣ ਨਿੱਜੀ ਅੜਫਸ ਹੋਈ, ਔਰ ਇਹੀ ਕਾਰਨ ਹੈ ਕਿ ਇਹ ਪੂਰੀ ਰਿਪੋਰਟ ਹੈ ਜਿਹੜੀ ਉਹ ਇਸ ਤਰੀਕੇ ਦੇ ਨਾਲ ਬਣਾਈ ਗਈ ਹੈ ਕਿ ਸਿੱਧੇ ਇਲਜ਼ਾਮ ਮੰਤਰੀ ਤੱਕ ਪਹੁੰਚੇ ਨੇ। ਫਿਲਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਰੋਸਾ ਜਤਾ ਰਹੇ ਨੇ ਕਿ ਜੋ ਸੱਚ ਹੈ ਉਹ ਸਾਹਮਣੇ ਆਵੇਗਾ, ਔਰ ਅਗਰ ਕਹਿੰਦੇ ਨੇ ਕਿ ਮੈਂ ਦੋਸ਼ੀ ਹਾਂ ਤਾਂ ਸਜ਼ਾ ਭੁਗਤਣ ਦੇ ਲਈ ਤਿਆਰ ਹਾਂ, ਪਰ ਸੱਚ ਸਾਹਮਣੇ ਆਉਣਾ ਚਾਹੀਦਾ। ਕੈਮਰਾਮੈਨ ਸੁਖਜਿੰਦਰ ਦੇ ਨਾਲ ਨਪਿੰਦਰ ਸਿੰਘ ਬਰਾ, ਨਿਊਜ਼ 18 ਚੰਡੀਗੜ੍ਹ। ਨਹੀਂ ਆ ਕੁਤਾਰ ਨੇ ਕੋਈ ਜਿੱਦਾਂ ਸੁਣ ਲਿਆ ਪਤਾ